ਜੇ ਕਰੋ ਦੂਜੀ ਵਾਰ ਉਗਰਨਗੇ ਨਹੀਂ ਤਾਂ ਇਹਦੇ ਵਿੱਚ ਜਿਹੜੇ ਸੰਸਕਾਰ ਆ ਇਹ ਵੀ ਫਲ ਦੇਣਗੇ। फल कारण फूली बन राय, जैसे सारी वनस्पति फल देने वास्ते फुली हुई है, ये भी फल देने वास्ते फुलिया। तो ये कौन फल भोगूगा कौन, ये तो वेखना पएगा। करता किनू आना तू, पहले तू बता इस देह ते तेरा कब्जा है, तू करता किनू आना, कौन करता ਇਹਦੇ ਵਿੱਚ, ਜਿਹੜਾ ਕਰਤਾ ਉਹ ਹੀ ਭੋਗੇਗਾ। ਤੈਨੂੰ ਲੱਗਦਾ ਕਿ ਨਾ ਕਿ ਵੀ ਮੈਂ ਅਮਕਾ ਗਲਤ ਕੀਤਾ ਅਮਕਾ ਚੰਗਾ ਕੀਤਾ, ਕਿ ਭੋਗਤਾ ਤੈਨੂੰ ਹੀ ਹੋਣਾ ਪਏਗਾ। ਜੀਵ ਇਹ ਦੇਹ ਦੇ ਵਿੱਚ ਆ ਕਰਕੇ ਨਿਆਰਾ ਹੋ ਗਿਆ, ਇਹ ਸੁਤੰਤਰ ਹੈ। ਪਰ ਇਹ ਯਾਦ ਰੱਖੇ ਕਿ कर्म करने में स्वतंत्र है, फल भोगन में स्वतंत्र नहीं। कोई जिज्ञासु बन के ਇਹ ਫਰਿਆਦ ਕਰਦਾ ਹੈ ਵੀ ਜੀ ਉਹ ਤਾਂ ਤੁਸੀਂ ਦੱਸਤਾ ਦਾਣਿਆਂ ਨੂੰ ਭੱਠੀ 'ਚ ਭੁੰਨਿਆ ਜਾਓ, ਤੇ ਜਿਹੜਾ ਮੇਰਾ ਕਰਤਾ ਭਾਵ ਬਣਿਆ ਹੋਇਆ ਇਹ ਕਾਹਦੇ ਨਾਲ ਭੁੱਜੇਗਾ ਕਿ ਜਿਹੜਾ ਮੁੜ ਕੇ ਜਨਮ ਨਾ ਦੇਵੇ। ਉਹ ਇੱਕ ਜੁਗਤੀ ਹੈ। ਤੁਸੀਂ ਜੁਗਤੀ ਸਿੱਖੀ ਹੈ ਕਿ ਨਹੀਂ? ਜਿਹਨੇ ਉਹ ਜੁਗਤੀ ਸਿੱਖ ਲਈ ਪਹਿਲਾਂ ਤਾਂ ਉਹਦੀਆਂ ਭ੍ਰਾਂਤੀਆਂ ਨਸ਼ਟ ਹੋਣਗੀਆਂ। ਜਨਮ ਮਰਨ ਗਮਨ ਆਗਮਨ ਪੁੰਨ ਪਾਪ ਸੁਖ ਖੇਤ ਦੁੱਖ, ਇਹ 8 ਪ੍ਰਤੀਤੀਆਂ ਹੁੰਦੀਆਂ ਕਿ ਨਹੀਂ? ਇਹ ਨਿਜ ਸਰੂਪ में ਭਾਨ ਹੋਏ कि जन्म मरण गमन आगमन पुण्य पाप सुख खेद निज स्वरूप में भान होए, भ्रांति बखानी वेद। ये भ्रांतियां तो भ्रांतियां च बैठ के मुक्ति दियां गल्लां करदा। कईयां ने ते इथों तक बनाता फलाना जी रात परसों इन्नी तरीक नूं 24 तरीक नूं शरीर छुट्टिया ते फलाने पैलस दे विच ओहदा भोग है, या तो ओहदा नाम पहला सुरगवासी है ते जां गुरु चरना च विराजमान हो गया। ओए पहले लोकां नूं सूझ बूझ दिओ, किस गुरु दे चरनां दी गल करदे? ਪਹਿਲਾਂ ਤਾਂ ਵੇਖੋ ਕਿਹਨੂੰ ਗੁਰੂ ਕਹਿੰਦੇ ਤੁਸੀਂ। ਇਹ ਲੋਕਾਂ ਨੂੰ ਭ੍ਰਾਂਤੀਆਂ ਨਾ ਪਾਓ, ਲੋਕਾਂ ਨੂੰ ਸਾਫ਼ ਦੱਸੋ ਭਾਈ ਬੰਧਨ ਤੇ ਮੁਕਤੀ ਨੂੰ ਪਛਾਣ। ਪਹਿਲਾਂ ਬੰਧਨ ਕੀ ਹੈ ਔਰ ਮੁਕਤੀ ਕੀ ਹੈ। ਦੂਜੇ ਪਾਸੇ ਸਾਨੂੰ ਇਹ ਗੱਲ ਦੇ ਪਰਪੱਕਤਾ ਕਰਨੀ ਪਏਗੀ ਵੀ ਗ੍ਰੰਥ ਸ਼ਾਸਤਰ ਕਹਿੰਦੇ ਆ ਵੀ ਜੈਸੇ ਦਾਣਿਆਂ ਨੂੰ ਭੁੰਨਣ ਵਾਸਤੇ ਅਗਨੀ ਹੈ ਤੇ ਇਹਦਾ ਜੀਵ ਭਾਵ ਤੇ ਕਰਤਾ ਭੋਗਤੇ ਭਾਵ ਦੇ ਜਿਤਨੇ ਸੰਸਕਾਰ ਹੈ ਇਹਨਾਂ ਨੂੰ ਨਸ਼ਟ ਕਰਨ ਵਾਸਤੇ ਗਿਆਨ ਅਗਨੀ ਹੈ। ਤੁਹਾਡੇ ਹਿਰਦੇ 'ਚ ਗਿਆਨ ਜਾਗਿਆ ਕਿ ਨਹੀਂ? जागे तो बिना एवं कार चलाई जाने, ये ज्ञान है। ते ये तो ज्ञान पशु नूं भी भज के सड़क तो परे हो जाता भी कार आउंदी तो तुहानूं इक हो जाए, ये तो पशु वाला ज्ञान है। तू कार बचाउना भी मेरी कार हेठ ना आ जाए, पशु पहले ही थले हो जाता, ये तो दोनों नूं ज्ञान है। तैनूं मनुख शरीर पा के की ज्ञान है?
ਤਾਂ ਸੁਰਤੀ ਨੇ ਸ਼ਾਸਤਰ ਨੇ ਸੌਖੇ ਰੂਪ ਚ ਕਰਕੇ ਇਹ ਬਤਾਤਾ। ਭੋਜਨ ਨਿੰਦਰਾ ਭੋਗ ਭੈ। ਭੋਜਨ ਖਾਣਾ, ਦਾਲਾਂ ਸਬਜ਼ੀਆਂ ਦਾ ਚਿੰਤਨ, ਅੱਜ ਕੀ ਬਣਾਈਏ, ਚੰਗਾ ਬਣਾਓ ਕੁਛ। ਤੇ ਪਸ਼ੂ ਵੀ ਪਰਾਲੀ ਨਹੀਂ ਖਾਂਦੇ, ਤੂੜੀ ਵੱਲ ਨੂੰ ਜਾਂਦੇ ਆ, ਤੂੜੀ ਤੋਂ ਹਰੇ ਚਾਰੇ ਵੱਲ ਨੂੰ ਜਾਂਦੇ, ਉਹਨਾਂ ਦਾ ਵਿਗਿਆਨ ਹੈ। ਤੇਰਾ ਵਿਗਿਆਨ ਆ ਯਾਰ, ਕੱਦੂ ਜੇ ਨਿੱਤ ਲਿਆਉਨੇ ਆ, ਖੀਰਾ ਨਾਲ ਖਾ ਲਓ, ਇਹ ਤੇਰੇ ਕੋਲੇ ਵਿਗਿਆਨ ਹੈ। ਗੋਭੀ ਨੂੰ ਕਿਹੜਾ ਖਾਵੇ, ਤੇਰਾ ਵਿਗਿਆਨ ਬੋਲਦਾ। ਤੇ ਪਸ਼ੂ ਬੋਲਦਾ ਕਿ ਪਰਾਲੀ ਨੂੰ ਕਿਹੜਾ ਖਾਵੇ, ਇਕੱਲੀ ਤੂੜੀ ਨੂੰ ਕਿਹੜਾ ਖਾਵੇ, ਵਿੱਚ ਮੱਕੀ ਦਾ ਚਾਰਾ ਰਲਾ ਦਗੇ ਤਾਂ ਉਹਨੂੰ ਸਵਾਦ ਲੱਗਦਾ। ਤਾਂ ਇਹ ਤਾਂ ਗਿਆਨ ਇੱਕੋ ਜਿਹਾ, ਪਸ਼ੂ ਵੀ ਅਨੁਕੂਲ ਚਾਹੁੰਦੇ ਤੇ ਤੂੰ ਵੀ ਅਨੁਕੂਲ ਚਾਹੁੰਦਾ। ਤਾਂ ਸਤੀ ਨੇ ਕਿਹਾ ਕਿ ਭੋਗਨ ਨਿੰਦਰਾ ਭੋਗ ਭੈ। ਨਿੰਦਰਾ ਕੋਈ ਮੈਨੂੰ ਬੁਲਾਇਆ ਨਾਲ, ਪਸ਼ੂ ਵੀ ਸੜਕ ਦੇ ਕੰਢੇ ਸੁੱਤੇ ਪਏ ਆ, ਲੋਕ ਪਰੇ ਦੀ ਉਹ ਲੰਘਦੇ ਰਿਆ, ਝੋਟਾ ਸੁੱਤਾ ਪਿਆ, ਮੱਝ ਸੁੱਤੀ ਪਈ, ਗਊ ਸੁੱਤੀ ਪਈ, ਉਹ ਵੀ ਸੌਂਦੇ ਆ। ਭੋਜਨ ਨਿੰਦਰਾ ਭੋਗ। ਤੁਸੀਂ ਵੀ ਜਵਾਕ ਪੈਦਾ ਕਰਦੇ ਹੋ, ਉਹ ਵੀ ਕਰਦੇ, ਫਿਰ ਆਪਦੇ ਜਵਾਕਾਂ ਦੇ ਮਗਰ ਮਿਣ ਕਰਦੇ ਫਿਰਦੇ ਆ। ਰੁੱਸ ਨਾ ਜਾਵੇ, ਉਹ ਵੀ ਮਿਣ ਕਰਦੇ ਕੱਟੀਆਂ ਵੱਛੀਆਂ ਮਗਰ। ਭੋਜਨ ਨਿੰਦਰਾ ਭੋਗ ਭੈ। ਤੂੰ ਵੀ ਗੰਡਾਸੇ ਵਾਲੇ ਤੋਂ, ਕਿਰਪਾਨ ਵਾਲੇ ਤੋਂ ਡਰਦਾ, ਤੇ ਉਹ ਵੀ ਡੰਡੇ ਲਾਠੀ ਵਾਲੇ ਤੋਂ ਡਰਦੇ ਵੀ ਉਹ ਆਉਂਦਾ ਕਿਤੇ ਮੇਰੇ ਨਾ ਮਾਰੇ। ਇਥੋਂ ਤੀਕ ਤਾਂ ਭਾਈ ਇੱਕੋ ਜਿਹਾ ਗਿਆਨ ਹੈ। ਭੋਜਨ ਨਿੰਦਰਾ ਭੋਗ ਭੈ, ਪੁਰਖ ਪਸ਼ੂ ਸਮਾਨ। ਉਹ ਨਰਨ ਅਦਕਤਾ ਗਿਆਨ ਦੇ, ਗਿਆਨ ਬਿਨਾ ਪਸ਼ੂ ਜਾਨ। ਤੇਰੇ ਤੇ ਅਦਕਤਾ ਸੀ, ਵਿਸ਼ੇਸ਼ਤਾ ਸੀ, ਉਹ ਗਿਆਨ ਪ੍ਰਾਪਤ ਹੋਇਆ ਕਿ ਨਹੀਂ? ਉਹ ਗਿਆਨ ਕਿਹੜਾ? ਉਹ ਗਿਆਨ ਹੋਆ ਕਿ ਜਿਹੜੇ ਕਰਤੱਵ ਸਾਰੇ ਕਰਮ ਧਰਮ, ਇਹ ਜਾਤੀ ਕੁਲ ਗੋਤ ਪੁੰਨ ਪਾਪ ਸਭ ਨਸ਼ਟ ਹੋ ਜਾਂਦੇ। ਉਹ ਗਿਆਨ ਨਾ ਜਾਗਿਆ ਕਿ ਨਹੀਂ? ਤਾਂ ਉਹ ਗਿਆਨ ਨੂੰ ਜਗਾਉਣ ਲਈ ਤਾਂ ਤੇਰੇ 'ਚ ਵਿਸ਼ੇਸ਼ਤਾ ਹੈ। ਉਹ ਕਿਹੜਾ ਗਿਆਨ ਹੈ? ਅਕੇ ਅੰ ਬ੍ਰਹਮ ਨਾ ਜੋ ਲੋ ਜਾਣ, ਤਬ ਲੋ ਦੀਨ ਦੁਖ ਤਪੈ ਮਨ। ਇਹ ਜਾਣ ਲਿਆ ਵੀ ਮੈਂ ਬ੍ਰਹਮ ਹੂੰ, ਮੈਂ ਜੱਟ ਨਹੀਂ, ਮੈਂ ਮਹਾਜਨ ਨਹੀਂ, ਮੈਂ ਖੱਤਰੀ ਨਹੀਂ, ਲੁਹਾਰ ਨਹੀਂ, ਸੁਨਿਆਰ ਨਹੀਂ, ਮੈਂ ਔਰਤ ਨਹੀਂ, ਮੈਂ ਮਰਦ ਨਹੀਂ, ਮੈਂ ਬਰਾੜ ਨਹੀਂ, ਮੈਂ ਕਰਾੜ ਨਹੀਂ, ਮੈਂ ਉਹ ਸਤ ਚਿਤ ਆਨੰਦ ਸਰੂਪ ਹੂੰ। ਜਿਹਨੂੰ ਇਹ ਬੇਗਾ ਮੇਰਾ ਸਤ ਚਿਤ ਆਨੰਦ ਰੂਪ, ਕੋਈ ਕੋਈ ਜਾਣੇ, ਕੋਈ ਕੋਈ ਜਾਣੇ। ਉਹ ਵੇਰਲਿਆਂ ਨੇ ਜਾਣਿਆ ਵੀ ਮੈਂ ਸਤ ਚਿਤ ਆਨੰਦ ਸਰੂਪ ਹੂੰ। ਇਹ ਗਿਆਨ ਜਾਗਿਆ ਕਿ ਨਹੀਂ ਜਾਗਿਆ? ਜੀ ਇਹ ਬਤਾਓ। ਜੇ ਇਹ ਗਿਆਨ ਨਹੀਂ ਜਾਗਿਆ ਤਾਂ ਜਿੰਨੇ ਸੰਸਕਾਰ ਪਏ ਆ ਉਹ ਸੁਰੱਖਿਅਤ ਪਏ ਆ ਹਿਰਦੇ ਦੇ ਵਿੱਚ, ਉਹ ਫਲ ਭੋਗਣ ਲਈ ਤਿਆਰੀ ਰੱਖ। ਜਿੱਥੋਂ ਤੀਕ ਜਾਂਦੇ ਨਾਲ ਸ਼ਮਸ਼ਾਨ ਘਾਟ ਤਾਈਂ, ਫੇਰ ਇਧਰੋਂ ਅੱਗੇ ਲੋਕਾਂ ਨੇ ਇਹ ਜਾਗਰਤ ਨੂੰ ਹੀ ਸਭ ਕੁਝ ਮੰਨ ਕੇ, ਯਾਰੋ ਸੰਸਾਰੀ ਲੋਕ ਤਾਂ ਮੰਨਣਗੇ ਜਦੋਂ ਉਹਨਾਂ ਨੂੰ ਹੋਰ ਪਤਾ ਨਹੀਂ। ਜਿਹੜੇ ਲੋਕਾਂ ਨੂੰ ਪ੍ਰਚਾਰ ਕਰ ਕਰਕੇ ਰਿਝਾ ਰਹੇ ਆ, ਉਹ ਵੀ ਜਾਗਰਤ ਚ ਹੀ ਬੈਠੇ। ਤੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਉਦੋਂ ਅਗਲੇ ਇੱਕ ਮੰਜ਼ਿਲ ਸੁਪਨ ਹੈ, ਉਦੋਂ ਇੱਕ ਮੰਜ਼ਿਲ ਨਿੰਦਰਾ ਹੈ। ਨਿੰਦਰਾ ਚ ਕੌਣ ਲੈ ਜਾਂਦਾ ਤੈਨੂੰ? ਤੂੰ ਜਾਣਨਾ? ਤੂੰ ਤਾਂ ਨਾ ਅੱਜ ਯਾਰ ਕੰਮ ਕਰਾਂਗੇ, ਰਾਤ ਨੂੰ ਵੀ ਡਿਊਟੀ ਲਾਵਾਂਗੇ
ਤੇ ਤੈਨੂੰ ਮਹਾਰਾਜ ਪੜ੍ਹਦੇ ਉੱਥੇ ਨਿੰਦਰਾ ਆ ਜਾਂਦੀ, ਤੂੰ ਤਾਂ ਨਹੀਂ ਆਖਿਆ ਵੀ ਮੈਂ ਨਿੰਦਰਾ 'ਚ ਜਾਣਾ। ਤੇਰਾ ਤਾਂ ਖਿਆਲ ਸੀ ਵੀ ਪੜੂੰਗਾ, ਪਰ ਨਹੀਂ ਜਾਗ ਸਕਿਆ, ਨਿੰਦਰਾ ਨੇ ਦੱਬ ਲਿਆ। ਔਰ ਤੇਰਾ ਖਿਆਲ ਆ ਵੀ ਅੱਜ ਰਮਾਨ ਨਾਲ ਸੌਣੇ ਤੇ ਸੌਣ ਤਾਈਂ ਪੜਦਾ ਨੇ, ਰਾਹ 'ਚ ਸੁਪਨਾ ਘੇਰ ਲੈਂਦਾ, ਸੁਪਨਾ ਦੇ ਵਿੱਚ ਵਿਚਲਤ ਹੋਣਾ, ਦੁੱਖ ਹੋਣਾ। ਤਾਂ ਤੇਰੇ ਵੱਸ ਦੀਆਂ ਗੱਲਾਂ ਜਿਹੜੀਆਂ ਹੈ ਉਹ ਆਪਣੇ ਅਧਿਕਾਰ ਤਾਂ ਪਛਾਣ। ਮੇਰੇ ਅਧਿਕਾਰ 'ਚ ਕੀ ਹੈ। ਜਿਵੇਂ ਤੂੰ ਜਾਗਰਤ 'ਚ ਔਰ ਸੁਪਨ 'ਚ, ਜਾਗਰਤ 'ਚ ਤੈਨੂੰ ਜਿਵੇਂ ਕਰਫਿਊ ਢਿੱਲ ਦਿੱਤੀ ਹੁੰਦੀ ਹੈ ਨਾ 2 ਘੰਟੇ ਦੀ, ਇਹ ਜੀਵਨ 'ਚ ਜਾਗਰਤ 'ਚ ਤੈਨੂੰ ਕਰਫਿਊ ਤੋਂ ਢਿੱਲ ਮਿਲੀ ਹੈ ਵੀ ਇਹ ਜਾਗਰਤ ਦੇ ਵਿੱਚ ਤੂੰ ਆਪਣੀ ਮਨ ਮਰਜ਼ੀ ਨਾਲ ਕੋਈ ਚੰਗਾ ਕੰਮ ਵੀ ਕਰ ਸਕਦਾ ਜੇ ਚਾਹੇ ਤਾਂ। ਇਹ ਤੋਂ ਅੱਗੇ ਅੱਛਾ ਤੂੰ ਕੀ ਚੰਗਾ ਕੰਮ ਕੀਤਾ। ਅੱਛਾ ਜੇ ਵੀ ਮੈਂ ਆਏ ਸੋਚਿਆ ਵੀ ਮੈਂ ਦਾਣੇ ਕਰਦੇ ਆ ਤੇ ਚਲੋ ਗਰੀਬਾਂ ਨੂੰ ਲੰਗਰ ਹੀ ਲਾ ਦਈਏ, ਚੰਗਾ ਸੋਚਿਆ। ਤੇ ਜਿਹੜਾ ਗਰੀਬਾਂ ਨੂੰ ਲੰਗਰ ਲਾਉਣਾ ਪੈ ਕੇ ਨਿੰਦਰਾ ਜਾਂਦਾ ਸੀ, ਰਾਹ 'ਚ ਸੁਪਨੇ ਨੇ ਘੇਰ ਲਿਆ ਤੇ ਸੁਪਨੇ 'ਚ ਆਪਾਂ ਨਾ ਯਾਰ ਕੋਈ ਰੋਟੀ ਮਿਲ ਜੂ, ਇੱਥੋਂ ਯਾਰ ਕੋਈ ਰੋਟੀ ਮਿਲ ਜੂ। ਉਹ ਤੂੰ ਤਾਂ ਉਹ ਹੈ ਜਿਹੜਾ ਇੱਥੇ ਲੋਕਾਂ ਨੂੰ ਭੰਡਾਰਾ ਖਵਾ ਕੇ ਗਿਆ ਤੇ ਤੇਰਾ ਭੰਡਾਰਾ ਨਾਲ ਨਹੀਂ ਗਿਆ ਸੁਪਨੇ 'ਚ। ਇੱਥੇ ਤੂੰ ਲੋਕਾਂ ਨੂੰ ਅੱਧੇ ਸ਼ਹਿਰ ਨੂੰ ਖਵਾ ਕੇ ਗਿਆ ਤੇ ਸੁਪਨੇ 'ਚ ਯਾਰ ਭਾਈ ਇੱਥੇ ਕਿਤੇ ਰੋਟੀ ਮਿਲ ਜੂ। ਤੇ ਤੇਰੀਆਂ ਜਿਹੜੀਆਂ ਰੋਟੀਆਂ ਖਵਾਈਆਂ ਸੀ ਲੋਕ ਕਹਿੰਦੇ ਇਹ ਤਾਂ ਹਜ਼ਾਰਾਂ ਗੁਣਾ ਬਣਨੀਆਂ, ਤੇਰੇ ਸੁਪਨੇ ਦੇ ਵਿੱਚ ਅੱਗੇ ਢੇਰ ਪਏ ਹੋਣੇ ਸੀ ਦਾਲ ਰੋਟੀਆਂ ਦੇ ਟੱਬ ਭਰੇ, ਤੇ ਤੂੰ ਭਿੱਖਿਆ ਮੰਗਦਾ ਫਿਰਦਾ। ਤੈਨੂੰ ਇਹ ਨਹੀਂ ਪਤਾ ਲੱਗਿਆ ਇਹ ਜਾਗਰਤ ਤਾਂ ਇੱਥੇ ਹੀ ਰਹਿ ਜਾਂਦਾ, ਜਾਗਰਤ 'ਚ ਨਾ ਸੁਪਨੇ 'ਚ ਜਾਂਦਾ, ਨਾ ਨਿੰਦਰਾ 'ਚ ਜਾਂਦਾ, ਨਾ ਮਰਨ ਵੇਲੇ ਜਾਂਦਾ। ਤੈਨੂੰ ਕਿਹਨੇ ਕਿਹਾ ਤੇਰੇ ਨਾਲ ਜਾਊ ਜੀ? ਕੀ ਜਾਊ ਨਾਲ? ਕਿੰਨਾ ਭਰਮ ਪਾਇਆ ਕਿੱਧਰ ਦੀ ਤੈਨੂੰ ਪਤਨਾ ਚਾਹੀਦਾ, ਕੌਣ ਰਾਹ ਕਿਸ ਰਸਤੇ ਜਾਵੇ ਮਿਰਤੋ ਹੁੰਦਾ। ਜਾਗਰਤ ਤੋਂ ਸੁਪਨ ਹੈ, ਸੁਪਨ ਤੋਂ ਨਿੰਦਰਾ ਹੈ, ਨਿੰਦਰਾ ਤੋਂ 2 ਰਸਤੇ ਫੁੱਟਦੇ। ਜਿਹੜੇ 2 ਰਸਤੇ ਫੁੱਟਦੇ ਹੈ, ਜਿਨ੍ਹਾਂ ਦੇ ਅਗਿਆਨ ਦੀ ਪੁੜੀ 'ਚ ਬੱਧਾ ਉਹ ਤਾਂ ਸਹਿਜ ਸਭਾ 'ਚ ਧੱਕਿਆ ਜਾਂਦਾ। ਯਾਰ ਕੌਣ ਧੱਕੂਗਾ? ਮੇਰੇ ਕੋਲੇ ਗੁਰਬਾਣੀ ਹੈ। ਅੱਛਾ ਬਾਣੀ ਤੂੰ ਪੜ੍ਹਦਾ ਸੀਗਾ ਤੇ ਸੁਪਨੇ 'ਚ ਕਿਉਂ ਸੁਪਨੇ ਦੇ ਵਿੱਚ ਤੂੰ ਮਹਿਸੂਸ ਕੀਤਾ ਉਹ ਮੈਂ ਨਹਿਰ 'ਚ ਡਿੱਗ ਪਿਆ ਯਾਰ, ਕਿਨਾਰੇ ਜਾਂਦਾ ਸੀ ਤੇ ਘਰ ਨੂੰ ਹੱਥ ਪਾਏ ਬਚਾਓ। ਤੈਨੂੰ ਗੁਰਬਾਣੀ ਨੇ ਕਿਉਂ ਡਿੱਗਣ ਦਿੱਤਾ? ਤੇਰੇ ਕੋਲੇ ਗੁਰਬਾਣੀ ਸੀ। ਪਹਿਲੇ ਗੁਰਬਾਣੀ ਦਾ ਫਲਸਫਾ ਸਮਝੋ ਕਿਵੇਂ ਬਚਤ ਕਰਦੀ ਹੈ। ਇਹ ਪ੍ਰਕਿਰਤੀ ਦੇ ਕੰਮਾਂ ਨੂੰ ਆਪਣੇ ਅਧਿਕਾਰ 'ਚ ਲੈ ਕੇ ਜਿਹੜੇ ਗੁਰੂ ਲੋਕ, ਸੰਤ ਲੋਕ, ਮਹਾਤਮਾ ਚੋਟੀ ਕੋਟੀ ਦੇ ਮੰਨੇ ਪਰਮੰਨੇ ਹੋਏ, ਉਹਨਾਂ ਦੇ ਸਰੀਰਾਂ ਨੂੰ ਕੌਣ ਖਾ ਗਿਆ? ਉਹਨਾਂ ਦੇ ਬਾਲਪਨ ਨੂੰ ਕੌਣ ਖਾ ਗਿਆ? ਉਹਨਾਂ ਦੀ ਜਵਾਨੀ ਨੂੰ ਕਿਹਨੇ ਖਾਧਾ? ਉਹਨਾਂ ਦੇ ਬੁਢਾਪੇ ਨੂੰ ਕਿਹਨੇ ਖਾਧਾ? ਔਰ ਉਹਨਾਂ ਦੇ ਸਥੂਲ ਸੂਖਮ ਕਾਰਨ ਸਰੀਰ ਨੂੰ ਕੌਣ ਖਾ ਗਿਆ? ਉਹ ਰੱਖ ਸਕੇ? ਕਿਸੇ ਦੀ ਤਾਕਤ ਹੀ ਨਹੀਂ ਰੱਖਣ ਦੀ। ਕਿਉਂ ਨਹੀਂ ਤਾਕਤ? ਇਦੋਂ ਅੱਗੇ ਦਾ ਹੱਥ ਨਹੀਂ ਲੱਗ ਰਿਹਾ ਉਸ ਚੀਜ਼ ਨੂੰ ਜਿਹੜੀ ਮੁਕਤ ਸਰੂਪ ਸੀ। ਜਿਹੜੇ ਮੁਕਤ ਸਰੂਪ ਹੈ ਇਹਦੇ ਤੇ ਛੱਡ ਦਿਓ ਝਾਕ। ਜਾਗਰਤ ਦੇ ਵਿੱਚ ਇਹ ਪਾਰਥਿਵ ਸਰੀਰ, ਸੁਪਨ 'ਚ ਸੂਖਮ ਸਰੀਰ, ਨਿੰਦਰਾ 'ਚ ਕਾਰਨ ਸਰੀਰ। ਔਰ ਨਿੰਦਰਾ ਜਿਹੜੀ ਹੈ ਇਹ ਇੱਕ ਮਿਰਤੂ ਦਾ ਕਿਨਾਰਾ। ਪਹਿਲੀ ਪੌੜੀ ਹੈ। ਕੋਈ ਤਲਾਅ ਦੇ ਵਿੱਚ ਗਿਆ ਯਾਰ, ਬਾਹਰਲੀ ਪਹਿਲੀ ਪੌੜੀ ਤੇ ਨਹਾ ਲੈਨੇ ਆ, ਭਾਵੇਂ ਪਹਿਲੀ ਤੇ ਪੌੜੀ ਤੇ ਨਹਾਤਾ ਹੈ ਤਾਂ ਤਲਾਅ ਤੇ ਹੀ।
ਵੀ ਹੈ ਤਾਂ ਤਲਾ ਤੇ ਜੇ 10ਵੀਂ ਦੀ ਪੌੜੀ ਤੇ ਜਾ ਵੜੇਗਾ ਤਾਂ ਵੀ ਤਲਾ ਚ ਹੀ ਹੈ। ਜਿਹੜੀ ਨਿੰਦਰਾ ਹੈ ਇਹ ਮਿਰਤੂ ਦੀ ਪਹਿਲੀ ਪੌੜੀ ਹੈ, ਤੇ ਜਿਹੜੀ ਮਿਰਤੂ ਹੈ ਇਹ ਨਿੰਦਰਾ ਦਾ ਵਿਚਾਲਾ, ਜਿੱਥੇ ਡੁੱਬ ਕੇ ਨਿਕਲ ਨਹੀਂ ਸਕਦਾ। ਨਿੰਦਰਾ ਦਾ ਵਿਚਾਰਾ ਅਜੇ ਤਾਈਂ ਪਤਾ ਹੀ ਨਹੀਂ ਕੀਤਾ ਬਾਣੀ ਪੜ੍ਹਦਿਆਂ ਨੇ ਵੀ ਮਰਨ ਕੀ ਹੈ, ਜੀਵਨ ਕੀ ਹੈ, ਸੁਪਨਾ ਕਿਉਂ ਆਉਂਦਾ ਹੈ, ਨਿੰਦਰਾ ਕਿਹਦੇ ਆਸਰੇ ਹੈ, ਫਿਰ ਮਿਰਤੂ ਕਿਹਦੇ ਆਸਰੇ। ਇੱਥੋਂ ਆਏਗਾ ਵੀ ਤੂੰ ਸਭ ਬੀਜ ਸਤਾ ਨੂੰ ਪਹਿਚਾਣਦਾ, ਜਿਸ ਦੇ ਵਿੱਚ ਚਾਰ ਖਾਣੀ ਦੇ ਸਮਸ਼ਟੀ ਜਗਤ ਦਾ ਸਮਸ਼ਟੀ ਨਾਮ ਰੂਪ ਦਾ ਬੀਜ ਰੂਪ ਇੱਕ ਰੂਪੋ ਕਰਕੇ ਰਿਹਾ। ਇਹੀ ਤਾਂ ਗਾਰਗੀ ਨੇ ਪ੍ਰਸ਼ਨ ਕੀਤਾ ਸੀਗਾ। ਜਨਕ ਰਾਜੇ ਨੂੰ ਜਦੋਂ ਗਿਆਨ ਕਰਾਉਣ ਵਾਸਤੇ ਸਾਧੂ ਜਾਂਦੇ ਸੀ ਸੰਤ, ਗਾਰਗੀ ਪਹਿਲਾਂ ਟੈਸਟ ਲੈਂਦੀ ਸੀ ਵੀ ਇਹ ਸੰਤ ਜਨੋ ਸਮਸ਼ਟੀ ਸ੍ਰਿਸ਼ਟੀ ਸਮਸ਼ਟੀ ਬੀਜ नाम और रूप, व्यष्टि व्यष्टि सृष्टि और व्यष्टि व्यष्टि बीज और नाम और रूप, जिस दे विच एक रूप एकत्र भाव हो करके रह रहे है, वो वस्तु किसमें है ये बताओ, फिर ज्ञान कराने लिए गां जाओ। थोड़ा कोई टेस्ट लेंदा, किसनों टेस्ट दिता है? नहीं रुमाला चक लिया फड़ के ते आ गए, नहीं थोड़ा कोई टेस्ट लेने वाला है नहींगा, जिस करके ये आ गल्लां बड़ियां फिरदियां। किसनों टेस्ट दिता? गार्गी ने ये टेस्ट दिता ਜਿਹੜੇ ਤਿਲਕ ਲਾ ਕੇ ਜਾਂਦੇ ਸੀ ਮੈਂ ਗਿਆਨ ਕਰਾਂ ਤੇ ਆਖਦੇ ਬੈਠੋ ਦਰੀਆਂ ਤੇ, ਕੁਰਸੀ ਤੇ ਤੁਸੀਂ ਨਹੀਂ ਬਹਿ ਸਕਦੇ। ਉਹ ਬੈਠੇਗਾ ਜਿਹੜਾ ਪ੍ਰਸ਼ਨ ਦਾ ਉੱਤਰ ਦੇਗਾ। ਇਦੋਂ ਅਗਲੀ ਬਾਤ ਦਾ ਉਹਨੇ ਗਿਆਨ ਕਰਾਉਣਾ। ਤੁਹਾਨੂੰ ਪਤਾ ਹੈ, ਕੀਰਤਨ ਵਾਲਿਆਂ ਨੂੰ ਪਤਾ ਹੈ, ਢਾਡੀਆਂ ਨੂੰ ਪਤਾ ਹੈ, ਸੰਗੀਤ ਵਾਲਿਆਂ ਨੂੰ ਪਤਾ, ਕੈਂਠੇ ਪਾ ਕੇ ਗਾਉਂਦੇ ਆ ਪਤਾ नहीं, कैंठे पाके गाओ, कीर्तन करो, खूब गाने गाओ, पाठ करो, कुछ करो, पर वो चीज में जान लो। ये जानन वास्ते मौका है। किथे जानो? यह तेरी अवसर, यह तेरी बार, घट भीतर तो देख मरा हो। ਇਹ ਤੇਰੀ ਅਵਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਮੁਰਾਰ, ਕਹੇ ਕਬੀਰ ਪੁਕਾਰ ਪੁਕਾਰ। ਵੇਖੋ ਅਜੇ ਵੇਖਿਆ ਹੀ ਨਹੀਂ ਤੇ ਗੁਰੂਆਂ ਨੇ ਕਿਹਾ ਮੈਂ ਜੀ ਫਲਾਣੇ ਤੋਂ ਨਾਮ ਲਿਆ। ਅੱਛਾ ਨਾਮ ਲਿਆ ਤਾਂ ਨਾਮ ਨੂੰ ਐ ਸਮਝਦੇ ਹੈ ਵੀ ਜਿਵੇਂ ਮੈਨੂੰ ਬੱਸ ਦਾ ਪਰਮਿਟ ਮਿਲ ਗਿਆ ਤੇ ਚੜੇ ਫਿਰਾਂਗੇ। ਪਹਿਲੇ ਨਾਮ ਲਿਆ, ਕਿਸ ਦਾ ਨਾਮ? ਬਾਣੀ ਨੇ ਨਾਮ ਕਿਹੜਾ ਆਖਿਆ? ਆ ਤੁਸੀਂ 5-6 ਵਿਸ਼ੇਸ਼ਣ ਨਹੀਂ ਪੜੇ? ਕਲ ਯੁਗ में एक नाम आधार, नानक बोले ब्रह्म विचार। ब्रह्म विचार होई कि नहीं? ਉਹ ਕਿਹੜੀ ਬ੍ਰਹਮ ਹੈ? ਉਹ ਕਰ ਲਈਦੀ ਹੈ ਜੀ। ਇੱਕ ਸਾਡੇ ਘਰੇ ਉਪਨਿਸ਼ਦਾਂ ਪਈਆਂ, ਕੋਈ ਕਹਿੰਦਾ ਮੈਂ ਪਲਾਸ਼ ਰਾਏ ਦਾ ਸੁਣਦਾ, ਮੈਂ ਸਵਾਮੀ ਅਖੰਡਾਨੰਦ ਜੀ ਦਾ ਸੁਣਦਾ। ਇਹ ਅਪਮਾਨ ਹੈ ਸੁਣਨਾ। ਸੁਣਿਆ ਮੰਨਿਆ ਮਨ ਕੀਤਾ ਭਾਓ, ਮਨ ਮੁਖ ਸਤਿਗੁਰ ਦਰਸ਼ਨ ਕੀਜੈ। करो दर्शन करने से की हुंदा वही उपलब्धि बताई। मनो मुख रख के तुरया फिरदा सां, किसी सतगुरु नूं मिल। इत्थे ही रौला है कि सतगुरु आखदा तर
ਸੱਪ ਸੁੰਘ ਜੂ। ਗੁਰੂਆਂ ਨੇ ਕਿਉਂ ਆਖਿਆ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਜਿਸਨੇ ਆਪ ਨੂੰ ਸਤ ਸਰੂਪ ਦੇ ਵਿੱਚ ਪੁਰਖ ਮੈਨਾ ਪੂਰਨ ਸਤਾ ਮੰਨ ਲਿਆ ਉਹ ਸਤਿਗੁਰੂ ਹੈ। ਉਹ ਕਿਹਾ ਮਨ ਮੁਖ ਸਤਿਗੁਰ ਦਰਸ਼ਨ ਕੀਜੈ ਕਰ ਸੇਵਾ ਸਰਵੇ ਫਲ ਲੀਜੈ। ਵਾਕ ਸੁਧਾ ਨਿਤ ਸਰਵਣ ਕਰੀਏ ਮਨਨ ਕੀਏ ਨਿਧਿਆਸਨ ਤੀਜੈ। ਤਤ ਪਦ ਕਉ ਪਦ ਸੋਧਨ ਕਰਕੇ ਲਕਸ਼ ਲਖੋ ਨਿਜ ਵਾਚਿਤ ਤੀਜੈ। ਦਰਸ਼ਨ ਕੀਏ ਵਾਕ ਨ ਸੁਣਿਆ ਸੋ ਗੁਰ ਕੀਏ ਮੋਖ ਕਿਵੇਂ ਥੀਜੈ। ਭੂਤ ਕਾਲ ਕੇ ਜੋ ਗੁਰ ਮਾਨੇ ਸੋ ਨਰ ਸੁਣੀਏ ਸਿੱਖ ਕੀਜੈ। ਗੁਜਰੇ ਪਤੀ ਨਾਰ ਸੁਤ ਚਾਹੇ ਕੈਸੇ ਹੋ ਕੁਛ ਸੋਚ ਕਰੀਜੈ। ਦਾਤੇ ਭਏ ਕਰਨ ਜਿਹੇ ਆਗੇ ਅਬ ਤਿਨ ਤੇ ਕਿਆ ਆਸ ਰਖੀਜੈ। ਅਬ ਕੇ ਦਾਤੇ ਅਬ ਕੇ ਜਾਚਕ ਦੀਏ ਲੀਏ ਤਿਨ ਦਾਰਦ ਤੀਜੈ। ਦੇਸ ਹਰੀ ਕਰ ਵਰਤਮਾਨ ਗੁਰ ਤਿਨ ਕੇ ਬਚਨ ਅਮੀ ਰਸ ਪੀਜੈ। ਪੀਤੇ ਕਿਸੇ ਦੇ ਅੰਮ੍ਰਿਤ ਰੂਪ ਬਚਨ ਕੇ ਲਈ। ਤੇ ਅੱਗੇ ਤੁਹਾਨੂੰ ਭਗੌੜੇ ਪਕੜ ਲੈਂਦੇ ਆ। ਤੁਹਾਨੂੰ ਤਤਵ ਗਿਆਨੀ ਦਾ ਪਤਾ ਲੱਗਿਆ ਕਿ ਨਹੀਂ। ਨਾਨਕ ਜੀ ਨੇ ਬਾਣੀ ਚ ਕਿਹਾ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਜਿਹਨੂੰ ਇਹ ਗਿਆਨ ਹੋ ਰਿਹਾ ਕਿ ਪਰਮੇਸ਼ਰ ਤੇ ਮੈਂ ਕੋਈ ਦੋ ਹੀ नहीं, मैं खुद हूं। ना मैं बंदा था ना खुदा था, मैं दोनों इल्लत ते जुदा न था और मैंने मालूम ना था। मैंने मालूम नहीं सी कि मैं बंदा बने ते खुदा बने। मैं खुदा दे बंदे दोवां तो न्यारा हाँ। असंगो हम पुरुषा। असंग सता नूं पहचानिया कि नहीं? तुसीं पछाणिया तां नहीं पछाणिया तां पछाणना पएगा। अपना आप पछाणिया पछाणो। ਜਿਹੜੇ ਉੱਥੋਂ ਨਾਮ 550 ਲੈ ਕੇ ਆਏ ਆ, ਗੁਰੂਆਂ ਨੇ ਫੈਸਲਾ ਕਰਤਾ ਕਿ ਆਪਣਾ ਆਪ ਪਛਾਣਿਆ ਤਾਂ ਨਾਮ ਨਿਧਾਨ ਪਾਇਆ। ਉਹ ਨਾਮਾਂ ਦਾ ਖਜ਼ਾਨਾ ਉਹ ਪਾ ਲਿਆ। ਆਪਣਾ ਆਪ ਪਛਾਣੋ। ਆਪਣਾ ਆਪ ਪਛਾਣਿਆ ਕਿ ਨਹੀਂ ਅਜੇ ਤਾਂ ਇਹ ਨਿਕਲੇਗਾ ਵੀ ਆਪ ਨੂੰ ਕੌਣ ਨਹੀਂ ਜਾਣਦਾ ਜੀ। ਕੀ ਜਾਣਦਾ ਤੂੰ? ਬੈਠੇ ਆ ਸਾਹਮਣੇ ਪਰੋਕਸ਼ ਬੈਠੇ ਦੂਰ ਬੈਠੇ ਕੀ ਜਾਣਦੇ ਆ ਆਪ ਨੂੰ? ਬੰਦਾ ਤੈਨੂੰ ਇਹ ਲੱਗਦਾ ਵੀ ਚੱਪਣ ਤੇ ਘੜਾ ਇੱਕ ਹੈ। ਲੱਗਦਾ ਤਾਂ ਮਾੜਾ ਮਾੜਾ ਵੀ ਲੱਗਦਾ ਕਿ ਸਹੀ ਹੈ। ਗੁਰੂਆਂ ਨੇ ਦ੍ਰਿਸ਼ਟਾਂਤ ਨਹੀਂ ਦਿੱਤਾ ਕਿ ਏਕਲ ਮਾਟੀ ਕੰਚਰ ਚੀਟੀ ਭਾਂਜਨ ਹੈ ਭਵਨਾ ਨਾਰੇ। ਜਿਵੇਂ ਕਾਰੀਗਰ ਨੇ ਇੱਕ ਮਿੱਟੀ ਤੋਂ ਗੁੰਨ ਕੇ ਨਾਨਾ ਪ੍ਰਕਾਰ ਦੇ ਘੜਾ ਕਪਠਲੀ ਠੋਠੀ ਕੰਬ ਕਸੋਰਾ ਦੀਵਾ ਸਭ ਬਣਾ ਦੇ। ਉਹ ਇੱਕ ਕੇ ਨਹੀਂ ਲੱਗਦੇ ਹੈ ਵੀ ਦੀਵਾ ਹੈ ਕੁੰਡਾ ਹੈ ਕੜਾ ਹੈ ਚੱਪਣਾ ਇਹ ਇੱਕੋ ਹੀ ਹੈ। ਵੀ ਲੱਗਦੇ ਮਾੜੇ ਮਾੜੇ ਲੱਗਦੇ। ਅੱਛਾ ਪੂਰੇ ਲੱਗਣ ਲੱਗ ਜੂਗੇ। ਜੇ ਮਾੜੇ ਲੱਗਣ ਲੱਗ ਗਏ ਤਾਂ ਇਹ ਵੀ ਲੱਗਦਾ ਕਿ ਮੱਝ ਗਊ ਖੋਤਾ ਕੋਕਰ ਸੋਕਰ ਗਰਦਬ ਇਹ ਵੀ ਇੱਕੋ ਹੈ। ਇਹ ਲੱਗਣ ਲੱਗ ਗਏ ਕਿ ਨਹੀਂ ਅਜੇ? ਕਿਉਂ? ਇਹਨਾਂ ਦੀ ਜੀ ਕੀ ਲੋੜ ਹੈ? ਤੇ ਜੇ ਲੋੜ ਸੀ ਤਾਂ ਗੁਰੂਆਂ ਨੇ ਕਿਹਾ ਏਕਲ ਮਾਟੀ ਕੰਚਰ ਚੀਟੀ। ਕੀੜੀ ਤੇ ਹਾਥੀ ਤੈਨੂੰ ਇੱਕ ਲੱਗਦੇ ਆ ਕਿ ਨਹੀਂ? ਤਾਂ ਇਹ ਹੋਏਗਾ ਲੱਗਦੇ ਆ ਜੀ, ਲੱਗਦੇ ਆ। ਲੱਗਣ ਲੱਗ ਗਏ। ਉਸੇ ਮਸਾਲੇ ਤੋਂ ਕੀੜੀ ਬਣੀ, ਉਸੇ ਤੋਂ ਹਾਥੀ। ਤਾਂ ਭਲਾ ਕਿਹੜੇ ਕਿਹੜੇ ਤੋਂ ਬਣੀ ਆ?
ਤਾਂ ਉਹ ਗੁਰੂਆਂ ਨੇ ਇਹਦਾ ਭੁਲੇਖਾ ਫੇਰ ਦੂਰ ਕਰਤਾ। ਅਗੇ ਪੰਜ ਤੱਤ ਮਿਲ ਕਾਇਆ ਕੀਨੀ, ਇਹਨਾਂ ਤੋਂ ਬਣੇ। ਇਹ ਕਾਇਆ ਚ ਤਿੰਨ ਮੇ ਰਾਮ ਰਤਨ ਲੋ ਚੀਨੀ, ਜਾਣੋ ਰਾਮ ਇੱਕ ਰਤਨ ਪ੍ਰਕਾਸ਼ ਜਗਮਗ ਕਰਦਾ, ਉਹ ਜਾਣ ਲਿਆ ਕਿ ਨਹੀਂ ਇਸ ਕਾਇਆ ਚੋਂ। ਤਾਂ ਇਹ ਹੈਗਾ ਵੀ ਗੁਰੂ ਐਵੇਂ ਨਹੀਂ ਕਹਿੰਦੇ, ਇਹਨਾਂ ਚੀਜ਼ਾਂ ਨੂੰ ਸਾਨੂੰ ਜਾਣਨ ਪਛਾਣਨ ਦੀ ਜ਼ਰੂਰਤ ਹੈ। ਅੱਛਾ ਜਾਣ ਲਿਆ ਜੀ ਕੀੜੀ ਤੇ ਹਾਥੀ ਇੱਕੋ ਹੈ, ਤੇ ਹੋਰ ਮਿੱਟੀ ਦੇ ਭਾਂਡੇ ਸਾਰੇ ਇੱਕੋ ਹੈ। ਇਹ ਵੀ ਜਾਣ ਲਿਆ ਕਿ ਥਾਵਰ ਜੰਗਮ ਕੀਟ ਪਤੰਗਮ ਇਹ ਕੋਈ ਆ। ਉਡਣੇ ਪੰਛੀ, ਧਰਤੀ ਤੇ ਚੱਲਣ ਵਾਲੇ, ਧਰਤੀ ਤੇ ਪਏ ਰਹਿਣ ਵਾਲੇ ਇੱਕ ਹੀ ਲੱਗੇ ਵੀ ਲੱਗਦੇ ਆ, ਇੱਕੋ ਹੀ ਚੀਜ਼ ਆ। ਤਾਂ ਤੇਰਾ ਮੂੰਹ ਮੈਂ ਕੀ ਸ਼ੱਕਰ ਬਈ, ਜੇ ਤੈਨੂੰ ਇਹ ਲੱਗਣ ਲੱਗ ਗਏ, ਇਹ ਲੱਗਣ ਲੱਗ ਗਏ ਹਾਂ ਮੈਨੂੰ ਲੱਗਦੇ, ਤਾਂ ਇਥੋਂ ਇਹ ਵੀ ਲੱਗਣ ਲੱਗ ਗਿਆ ਕਿ ਘਟ ਘਟ ਰਾਮ ਸਮਾਨਾ ਰੇ। ਇੱਕੋ ਹੀ ਚੇਤਨ ਸਤਾ, ਕੀੜੀ ਚ ਵੀ ਹਾਥੀ ਚ ਬਰਮਾ ਚ ਵੀ ਉਹ ਸਤਾ ਹੀ ਮੈਂ ਹੂੰ। ਤੈਨੂੰ ਦੂਜੇ ਤੇ ਫਿਰ ਕ੍ਰੋਧ ਆਇਆ ਕਿਵੇਂ? ਦੂਜੇ ਨੂੰ ਠੱਗੀ ਕਰਨ ਦਾ ਤੇਰੇ ਮਨ ਚ ਇਹ ਸੰਕਲਪ ਫਿਰਿਆ ਕਿਵੇਂ? ਦੂਜੇ ਦੀ ਹੱਤਿਆ ਕਰਨ ਦਾ ਤੇਰਾ ਫੁਰਨਾ ਉੱਠਿਆ ਕਿਵੇਂ? ਆਪਣੇ ਆਪ ਦੀ ਕੋਈ ਹੱਤਿਆ ਕਰਦਾ, ਆਪਣੇ ਆਪ ਦੀ ਕੋਈ ਠੱਗੀ ਕਰਦਾ, ਪਛਾਣ ਆਪਣਾ ਆਪ। ਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਇਹ ਚੀਜ਼ਾਂ ਰਾਹੀਂ ਗੁਰੂਆਂ ਨੇ ਐਡਾ ਪ੍ਰਯਾਸ ਕੀਤਾ ਇਹਨੂੰ ਇਹ ਦੱਸਣ ਲਈ। ਤੇ ਲੋਕ ਬੈਠੇ ਐ ਵੀ ਮੈਂ ਕੀਰਤਨ ਕਰਦਾ ਹਾਂ, ਉਹ ਕੀਰਤਨ ਚੰਗਾ ਹੈ ਕਰਦਾ ਹੈ, ਮੈਂ ਜੀ ਗਾਣੇ ਗਾਣਾ, ਗਾਣੇ ਵੀ ਚੰਗੇ। ਗਾਣੇ ਸੁਣਨੇ ਚ ਚਿੱਤ ਖੁਸ਼ ਹੁੰਦਾ ਹੈ, ਕੀਰਤਨ ਸੁਣਨ ਸੇ ਵੀ ਹੁੰਦਾ ਹੈ, ਕੁਛ ਸੁਣਨ ਸੇ ਹੋਰ ਵੀ ਹੁੰਦਾ ਹੈ। ਤੋ ਇਹਦੇ ਚਾਰ ਭਾਗ ਹੈ, ਚਿੱਤ ਬੁੱਧ ਮਨ ਹੰਕਾਰ। ਇਹਦੇ ਚੋਂ ਕਿਹੜਾ ਖੁਸ਼ ਹੁੰਦਾ ਇਹ ਵੀ ਪਤਾ ਤੈਨੂੰ? ਕੀਰਤਨ ਸੁਣਨ ਸੇ ਕੌਣ ਖੁਸ਼ ਹੁੰਦਾ ਹੈ? ਉਹ ਗਾਣੇ ਗੱਤੇ ਗਾਉਣ ਸੇ ਕੌਣ ਖੁਸ਼ ਹੁੰਦਾ? ਖੁਸ਼ੀ ਤਾਂ ਜਾਣਦਾ ਵੀ ਖੁਸ਼ ਹੋ ਗਏ, ਪਰ ਇਹਦੇ ਚ ਚਾਰ ਭਾਗ ਹੈ। ਜਿਵੇਂ ਸਰੀਰ ਦੇ ਭਾਗ ਹੈ, ਮੂੰਹ ਚ ਖੁਰਾਕ ਪਾਉਣ ਵਾਲਾ ਹੋਰ ਹਿੱਸਾ ਹੈ, ਤੇ ਖਾਧੀ ਹੋਈ ਖੁਰਾਕ ਨਿਕਾਲਣ ਵਾਲਾ ਹੋਰ ਹਿੱਸਾ ਹੈ। ਉਸ ਜਿਹਦੇ ਵਿੱਚ ਦੀ ਪਾਉਣਾ ਉਹਦੇ ਵਿੱਚ ਨਿਕਾਲ ਨਹੀਂ ਸਕਦਾ। ਤੈਨੂੰ ਇਹ ਪਤਾ ਲੱਗ ਗਿਆ ਵੀ ਖੁਸ਼ੀ ਤਾਂ ਹੁੰਦੀ ਹੈ ਕੀਰਤਨ ਸੁਣ ਕੇ ਕੌਣ ਖੁਸ਼ ਹੈ, ਗੀਤ ਸੰਗੀਤ ਸੁਣ ਕੇ ਕੌਣ ਖੁਸ਼ ਹੈ, ਲੁੱਟ ਖੋਹ ਕਰਕੇ ਕੌਣ ਖੁਸ਼ ਹੈ, ਹੱਤਿਆ ਕਰਕੇ ਕੌਣ ਖੁਸ਼ ਹੈ? ਸਾਰੇ ਖੁਸ਼ ਹੈ। ਪਰ ਇਹ ਵੇਖਣਾ ਪਊਗਾ ਇਹ ਚਾਰ ਪ੍ਰਕਾਰ ਦਾ ਚਤੁਰ ਭਾਤ ਕਾ ਚੇਤਨ ਕਹਿਓ। ਇਹ ਚਾਰ ਪ੍ਰਕਾਰ ਦਾ ਖੁਸ਼ੀ ਹੋਣ ਵਾਲਾ ਚਾਰ ਭਾਗ ਚ ਹੋਇਆ ਬੈਠਾ। ਤੂੰ ਕਿਹਦੀ ਗੱਲ ਕਰਦਾ ਜਿਹਨੂੰ ਖੁਸ਼ੀ ਆਉਂਦੀ ਹੈ ਕੀਰਤਨ ਸੁਣ ਕੇ? ਤੂੰ ਕਿਹਦੀ ਗੱਲ ਕਰਦਾ ਜਿਹਨੂੰ ਪ੍ਰਸੰਨਤਾ ਆਉਂਦੀ ਹੈ ਢੱਡ ਵਸਾਰਨਗੇ ਵਜਾ ਕੇ ਢਾਡੀਆਂ ਦੇ ਕਵੀਛਰਾਂ ਦੇ? ਉਹਨੂੰ ਤਾਂ ਦੇਖ ਇਹ ਖੁਸ਼ੀ ਕਿਹਨੂੰ ਆਉਂਦੀ ਹੈ? ਤੈਨੂੰ ਆਉਂਦੀ? ਤੂੰ ਆਪਣਾ ਆਪ ਨਹੀਂ ਪਛਾਣਿਆ ਤੂੰ ਕੌਣ ਹੈ? ਇਥੋਂ ਕਰਨਾ ਪਏਗਾ। ਫਿਲਾਸਫੀ ਬਹੁਤ ਵੱਡੀ ਹੈ, ਗੁਰੂਆਂ ਨੇ ਉਹ ਪ੍ਰਗਟ ਕੀਤੀ ਹੈ, ਤੇ ਅਸੀਂ ਇਹ ਗੱਲ ਬਣਾ ਲਈ। ਅਸੀਂ ਉਹ ਪੀਂਦਾ ਸ਼ਰਾਬ ਤੇ ਵਿੱਚ ਪਾ ਲੈਂਦਾ ਪਾਣੀ, ਤੇ ਪਾਣੀ ਤੇ ਸ਼ਰਾਬ ਇੱਕੋ ਹੋ ਜਾਂਦੇ ਆ। ਹੁਣ ਇਹ ਤਾਂ ਨਹੀਂ ਪਤਾ ਲੱਗਦਾ ਸ਼ਰਾਬ ਕੌਣ ਹੈ ਤੇ ਪਾਣੀ ਕੌਣ ਹੈ। ਇਹ ਨਹੀਂ ਸਰੀਰ ਤੇ ਮਨ ਬੁੱਧੀ ਚਿੱਤ ਅਹੰਕਾਰ, ਇਹ ਸਾਰਿਆਂ ਨੂੰ ਇੱਕੇ ਗਲਾਸ ਚ ਇਹ ਪਾਈ ਬੈਠਾ। ਮੈਂ ਜੇ ਸ਼ਰਾਬ ਚ ਪਾਣੀ ਪਾਇਆ ਪਤਾ ਨਹੀਂ ਲੱਗਦਾ ਪਾਣੀ ਕਿਹੜਾ ਤੇ ਸ਼ਰਾਬ ਕਿਹੜੀ। ਇੱਕ ਹੋ ਗਏ
ਇਹਦੇ ਅੰਦਰ ਮੈਂ ਦਾ ਜਿਹੜਾ ਨਸ਼ਾ ਉਠਾਲ ਰਿਹਾ, ਇਹ ਜਾਣ ਰਿਹਾ ਕਿ ਮੈਂ ਕੌਣ ਹੈ। ਤਾਂ ਸੁਰਤੀ ਨੇ ਕਿ 36 ਪ੍ਰਕਾਰ ਦੇ ਮਦ ਹੈ। ਕਿਹੜਾ? ਉਹ ਯਾਰ ਸਾਡਾ दारू ਪੀ ਕੇ ਮਦ ਸ਼ਰਾਬ ਗੜਬੜ ਕਰਦਾ ਹੈ ਵੀ ਪੀਣੀ ਨਹੀਂ ਚਾਹੀਦੀ। ਕੱਲੀ ਸ਼ਰਾਬ ਹੀ ਮਸਤੀ ਕਰਦੀ ਗੜਬੜੀ ਸਾਰੇ ਕਰਦੇ ਨੇ ਸਾਰੇ। ਇਹ 36 ਪ੍ਰਕਾਰ ਦੇ ਮਦ ਗੁਰੂਆਂ ਨੇ ਕਹੇ ਹੈ ਗ੍ਰੰਥ ਚ। ਉਹ ਕਿਤੇ ਤੁਹਾਨੂੰ ਹੁਣ ਫੇਰ ਦੱਸਾਂਗੇ, ਟਾਈਮ ਹੋ ਗਿਆ। ਆਪਣੇ ਆਪ ਨੂੰ ਪਛਾਣੋ ਕਿ ਮੈਂ ਸਤ ਚੇਤਨ ਆਨੰਦ ਅਬਨਾਸੀ ਹੂੰ, ਮੈਂ ਆਤਮ ਪੁਰਖ ਵਾਸੀ हूँ। नहीं मात पिता का जाया हूँ, नहीं जन्म तार मैं आया हूँ। मैं सत चेतन आनंद अविनाशी हूँ, मैं आत्म पुरख वासी हूँ। नहीं मात पिता का जाया हूँ, नहीं जन्म तार मैं आया हूँ। मैं सत चेतन आनंद अविनाशी हूँ, मैं आत्म पुरख वासी हूँ। नहीं मात पिता का जाया हूँ, नहीं जन्म तार मैं आया हूँ। वाहिगुरु जी का खालसा, वाहिगुरु जी